ओके सो ਮਲੇਰੀਆ ਮੈਂ ਬਹੁਤ ਹੀ ਸਿੰਪਲ ਵੇ 'ਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ। ਆਪਣੀ ਸਾਰੀ ਡਿਜ਼ੀਜ਼ਸ ਕਵਰ ਹੋ ਚੁੱਕੀਆਂ ਨੇ ਬਟ ਓਨਲੀ ਮਲੇਰੀਆ ਰਹਿ ਗਿਆ ਸੀ। ਸੋ ਫਸਟ ਆਫ ਆਲ ਸਟਾਰਟ ਕਿਵੇਂ ਹੁੰਦਾ ਮਲੇਰੀਆ ਕਿ ਜਦੋਂ ਤੁਹਾਨੂੰ ਇਹ ਤਾਂ ਪਤਾ ਕਿ ਫੀਮੇਲ ਐਨੋਫਿਲਸ ਮੋਸਕੀਟੋਸ ਜਿਹੜੀ ਹੈ ਉਹ ਵੈਕਟਰ ਹੁੰਦੀ ਹੈ, ਯਾਨੀ ਕਿ ਉਹ ਮਲੇਰੀਆ ਨੂੰ ਕੈਰੀ ਕਰਦੀ ਹੈ ਤੇ ਹਿਊਮਨ ਬੀਂਗਸ ਨੂੰ ਇਨਫੈਕਟ ਕਰਦੀ ਹੈ। Are you clear about that? No, ma'am. Okay. So, first of all, मलेरिया किस करके फैलता है? There's a protozoan. एक प्रोटोजोन है जिसका नाम है प्लाज्मोडियम। ਇਹਦੀਆਂ ਅੱਗੇ ਸਪੀਸੀਜ਼ ਨੇ ਚਾਰ ਤਰ੍ਹਾਂ ਦਾ ਮੇਨ ਹੁੰਦਾ ਹੈ ਜਿਹਦੇ ਕਾਰਨ ਮਲੇਰੀਆ ਫੈਲਦਾ ਹੈ। ਸੋ ਫਸਟ ਇਜ਼ ਪੀ ਯਾਨੀ ਕਿ ਪਲਾਜ਼ਮੋਡੀਅਮ, ਫੈਲਸੀਪੈਰਮ। ਇਸ ਤੋਂ ਪਹਿਲਾਂ ਮੋਸਟ ਕਾਮਨ ਟਾਈਪ ਜਿਹੜੀ ਆਉਂਦੀ ਹੈ ਉਹ ਪੀ ਵਾਈਵੈਕਸ ਆਉਂਦੀ ਹੈ, ਯਾਨੀ ਕਿ ਪਲਾਜ਼ਮੋਡੀਅਮ ਵਾਈਵੈਕਸ। ਦਿਸ ਇਜ਼ ਦ ਮੋਸਟ ਕਾਮਨ ਵਨ, ਯਾਨੀ ਕਿ ਬਹੁਤ ਆਮ ਹੈ ਇਹ। ਪੀ ਫੈਲਸੀਪਰਮ ਜਿਹੜਾ ਇਹ ਬਹੁਤ ਮੈਲਿਗਨੈਂਟ ਹੈ, ਯਾਨੀ ਕਿ ਬਹੁਤ ਡੇਂਜਰਸ ਹੈ, ਖਤਰਨਾਕ ਹੈ। ਦੈਨ ਪੀ ਓਵੇਲ ਆਉਂਦਾ ਹੈ, ਇਹ ਬਹੁਤ ਰੇਅਰ ਹੈ ਐਂਡ ਇਹ ਤਿੰਨ ਜਿਹੜੀਆਂ ਮੇਨ ਟਾਈਪਸ ਨੇ, ਠੀਕ ਹੈ। ਇੱਕ ਆਉਂਦਾ ਹੈ ਪੀ ਮਲੇਰੀਆ। These are the four types out of which these three are main। ਉਹਦੇ ਵਿੱਚੋਂ ਵੀ ਸਭ ਤੋਂ ਕਾਮਨ ਹੈ ਪੀ ਵਾਈਵੈਕਸ ਐਂਡ ਪੀ ਫੈਲਸੀਪੈਰਮ ਜਿਹੜੀ ਹੈ ਉਹ ਬਹੁਤ ਹੀ ਖਤਰਨਾਕ ਟਾਈਪ ਹੈ ਮਲੇਰੀਆ ਦੀ। ਸੋ ਪਲਾਜ਼ਮੋਡੀਅਮ ਇਜ਼ ਅ ਪ੍ਰੋਟੋਜ਼ੋਨ ਜਿਹਦੇ ਕਰਕੇ ਮਲੇਰੀਆ ਹੁੰਦਾ ਹੈ। ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਇਨਫੈਕਟਿਡ ਪਰਸਨ ਜਿਹੜਾ ਹੁੰਦਾ ਮਲੇਰੀਆ ਤੋਂ ਇਨਫੈਕਟਿਡ ਹੁੰਦਾ, ਜਿਹੜਾ ਹਿਊਮਨ ਬੀਂਗ ਜਿਸ ਦੇ ਅੰਦਰ ਆਲਰੇਡੀ ਇਨਫੈਕਸ਼ਨ ਫੈਲ ਚੁੱਕਿਆ ਹੁੰਦਾ, ਫੀਮੇਲ ਐਨੋਫਿਲਸ ਮੋਸਕੀਟੋ ਜਿਹੜੀ ਹੈ ਉਹਦੇ ਵਿੱਚੋਂ ਸਪੋਰੋਜ਼ੋਇਟਸ ਸੱਕ ਕਰਦੀ ਹੈ। ਕੀ ਸੱਕ ਕਰਦੀ ਹੈ? ਸੱਕ ਯਾਨੀ ਕਿ ਉਹਦੇ ਚੋਂ ਲੈਂਦੀ ਹੈ। ਜਦੋਂ ਉਸਨੂੰ ਜਦੋਂ ਮੱਛਰ ਕੱਟਦਾ ਹੈ ਬਾਂਹ ਤੇ, ਸਟਿੰਗ ਕਰਦਾ ਫੀਮੇਲ ਐਨੋਫਿਲਸ ਮੋਸਕੀਟੋ, ਉਹ ਉਹਦੇ ਇਨਫੈਕਟਿਡ ਹਿਊਮਨ ਬੀਂਗ ਦੇ ਵਿੱਚੋਂ ਦੀ ਸਪੋਰੋਜ਼ੋਇਟਸ ਚੱਕਦੀ ਹੈ। ਦੈਨ ਉਹ ਸਪੋਰੋਜ਼ੋਇਟਸ ਨੂੰ ਅਨਦਰ ਹਿਊਮਨ ਬੀਂਗ ਦੇ ਅੰਦਰ ਸਟਿੰਗ ਕਰਦੀ ਹੈ, ਜਿਹੜਾ ਹਿਊਮਨ ਬੀਂਗ ਹੈਲਦੀ ਹੁੰਦਾ। ਦਿਸ ਵਾਜ਼ ਦ ਇਨਫੈਕਟਿਡ ਵਨ ਜਿਹਦੇ ਚੋਂ ਲਿਆ ਉਹਨੇ, ਦਿਸ ਇਜ਼ ਦ ਹੈਲਦੀ ਵਨ ਜਿਹਦੇ ਵਿੱਚ ਉਹਨੇ ਪਾਇਆ, ਠੀਕ ਹੈ। ਸਪੋਰੋਜ਼ੋਇਟਸ ਜਿਹੜੇ ਨੇ ਉਹ ਹਿਊਮਨ ਬੀਂਗ ਦੇ ਵਿੱਚ ਸਟਿੰਗ ਕਰਦੀ ਹੈ ਜਦੋਂ ਫੀਮੇਲ ਐਨੋਫਿਲਸ ਮੋਸਕੀਟੋ, ਤਾਂ ਲੀਵਰ ਦੇ ਵਿੱਚ, ਲੀਵਰ ਸੈੱਲ ਦੇ ਵਿੱਚ ਜਾਂਦਾ, ਉਹ ਸਪੋਰੋਜ਼ੋਇਟਸ ਜਾਂਦੇ ਆ ਤੇ ਉੱਥੇ ਉਹਨਾਂ ਦੀ ਏਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਹੈ। ਏਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਹੈ, ਇਸ ਚੀਜ਼ ਦਾ ਤੁਸੀਂ ਖਾਸ ਖਿਆਲ ਰੱਖਣਾ। ਏਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਕੀ ਹੁੰਦਾ, 1 ਤੋਂ 2 ਫਿਰ 2 ਤੋਂ 4 ਬਣਦੇ ਆ ਅੱਗੇ। ਏਦਾਂ ਜਿਹੜੇ ਸੈਲਸ ਵੱਧਦੇ ਹੀ ਜਾਂਦੇ ਆ, ਵੱਧਦੇ ਜਾਂਦੇ ਆ, ਵੱਧਦੇ ਜਾਂਦੇ ਆ। ਫਿਰ ਇੱਕ ਐਸੀ ਸਟੇਜ ਆਉਂਦੀ ਹੈ ਕਿ ਜਿੱਥੇ ਜਾ ਕੇ ਉਹ ਪੂਰਾ ਫਿਲ ਹੋ ਜਾਂਦਾ, ਹੋਰ ਜਗ੍ਹਾ ਨਹੀਂ ਬਚਦੀ, ਬਟ ਉਹ ਕੰਟੀਨਿਊ ਉਹਨਾਂ ਦੀ ਰੀਪਰੋਡਕਸ਼ਨ, ਏਸੈਕਸ਼ੂਅਲ ਰੀਪਰੋਡਕਸ਼ਨ ਚੱਲ ਰਹੀ ਹੁੰਦੀ ਹੈ, ਯਾਨੀ ਕਿ ਸੈਲਸ ਹੋਰ ਬਣੀ ਜਾ ਰਹੇ ਹੁੰਦੇ ਆ। ਤਾਂ ਉਹ ਕੀ ਹੁੰਦਾ, these cells get burst out ਤੇ ਇਸ ਚੋਂ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਆ। ਬਾਹਰ ਨਿਕਲ ਕੇ ਕਿੱਥੇ ਜਾਂਦੇ ਆ? ਹਿਊਮਨ ਦੇ ਆਰਬੀਸੀਜ਼ ਦੇ ਵਿੱਚ ਜਾਂਦੇ ਆ। ਆਰਬੀਸੀਜ਼ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਇਹਦੇ ਵਿੱਚੋਂ ਜਾਣਗੇ ਬਲੱਡ ਫਲੋ ਦੇ ਵਿੱਚ, ਕਿਉਂਕਿ ਉਹ ਬਰਸਟ ਆਊਟ ਹੋ ਗਏ, ਲਿਵਰ ਸੈਲਸ ਦੇ ਵਿੱਚੋਂ ਬਾਹਰ ਨਿਕਲ ਗਏ। ਬਾਹਰ ਨਿਕਲ ਕੇ ਉਹ ਜਾਣਗੇ ਬਲੱਡ ਫਲੋ ਦੇ ਵਿੱਚ, ਬਲੱਡ ਦੇ ਵਿੱਚ ਫਲੋ, ਜੋ ਬਲੱਡ ਫਲੋ ਚੱਲ ਰਿਹਾ ਉਹਦੇ ਵਿੱਚ ਜਾ ਕੇ ਉਹ ਰਲ ਮਿਲ ਜਾਣਗੇ।
ਫਿਰ ਉਸ ਬਲੱਡ ਫਲੋ ਦੇ ਵਿੱਚੋਂ ਉਹ ਆਰਬੀਸੀਜ਼ ਦੇ ਵਿੱਚ ਐਂਟਰ ਹੋਣਗੇ। ਫਿਰ ਆਰਬੀਸੀ ਸੈੱਲ ਦੇ ਅੰਦਰ ਫਿਰ ਤੋਂ ਉਹਨਾਂ ਦੀ ਰਿਪਰੋਡਕਸ਼ਨ ਹੋਏਗੀ, ਏਸੈਕਸ਼ੁਅਲ ਰਿਪਰੋਡਕਸ਼ਨ ਹੋਏਗੀ। ਫਿਰ ਉਹੀ ਕੰਮ ਹੋਏਗਾ ਕਿ ਇੰਨੀ ਜ਼ਿਆਦਾ ਸੈਲਸ ਬਣ ਜਾਣਗੇ ਕਿ ਉਹਦੇ ਵਿੱਚ ਉਹ ਪੂਰਾ ਭਰ ਜਾਏਗਾ। ਫਿਰ ਉਹ ਰਪਚਰ ਹੋ ਜਾਊਗਾ, ਬਰਸਟ ਆਊਟ ਹੋ ਜਾਊਗਾ। ਆਰਬੀਸੀਜ਼ ਰਪਚਰ ਹੋ ਕੇ ਉਹਦੇ ਵਿੱਚੋਂ ਫਿਰ ਜਿਹੜੇ ਸਪੋਰੋਜ਼ੋਇਟਸ ਬਾਹਰ ਨਿਕਲ ਕੇ ਆਣਗੇ। ਦੈਨ ਇੱਥੇ ਤਿੰਨ ਚੀਜ਼ਾਂ ਹੋਣਗੀਆਂ। ਇੱਕ ਤਾਂ ਜਦੋਂ ਇਹ ਤਾਂ ਬਾਹਰ ਨਿਕਲੇ ਹੀ ਨਿਕਲੇ, ਨਾਲ ਨਾਲ ਉਹਦੇ ਵਿੱਚ ਇੱਕ ਟੌਕਸਿਨ ਬਣਿਆ, ਹੈਮੋਜ਼ੋਇਨ ਜਿਹਦਾ ਨਾਮ ਹੈ। ਇਟਸ ਅ ਟੌਕਸਿਕ ਕੈਮੀਕਲ, ਜਿਹਦੇ ਕਰਕੇ ਆਪਣੀ ਬੋਡੀ ਦੇ ਵਿੱਚ ਸਿੰਪਟਮਸ ਸ਼ੋ ਹੋਣੇ ਸ਼ੁਰੂ ਹੁੰਦੇ ਆ। ਕੀ ਸਿੰਪਟਮਸ ਹੋ ਸਕਦੇ ਨੇ? ਫੀਵਰ ਹੋ ਸਕਦਾ ਹੈ, ਚਿਲਸ ਹੋ ਸਕਦੇ ਹੈ। ਸੋ ਇਹ ਸਿੰਪਟਮਸ ਸ਼ੁਰੂ ਹੋ ਜਾਂਦੇ ਆ ਦਿਖਣੇ ਬਾਹਰ। ਨੈਕਸਟ ਇਜ਼, ਫਿਰ ਉਹਦੇ ਵਿੱਚ ਗੈਮੀਟੋਜੈਨੇਸਿਸ ਹੁੰਦੀ ਹੈ। ਗੈਮੀਟੋਜੈਨੇਸਿਸ ਹੋਣ ਦੇ ਨਾਲ ਕਿਸ ਦੀ ਫਾਰਮੇਸ਼ਨ ਹੁੰਦੀ ਹੈ? ਗੈਮੀਟੋਸਾਈਟਸ ਦੀ, ਯਾਨੀ ਕਿ ਗੈਮੀਟਸ ਬਣਦੇ ਨੇ। ਐਂਡ ਦਿਸ ਇਜ਼ ਅ ਪਾਰਟ ਆਫ ਸੈਕਸ਼ੂਅਲ ਰਿਪਰੋਡਕਸ਼ਨ। ਇੱਕ ਛੋਟੀ ਜਿਹੀ ਸਟੇਜ ਆਉਂਦੀ ਹੈ ਸੈਕਸ਼ੂਅਲ ਰਿਪਰੋਡਕਸ਼ਨ ਦੀ, ਜਿਹਦੇ ਵਿੱਚ ਗੈਮੀਟੋਸਾਈਟਸ ਬਣਦੇ ਆ, ਪੂਰੀ ਤਰ੍ਹਾਂ ਡਿਵੈਲਪ ਨਹੀਂ ਹੁੰਦੇ, ਜਸਟ ਫਾਰਮੇਸ਼ਨ ਹੁੰਦੀ ਹੈ। ਦੈਨ ਇਹਦੇ ਵਿੱਚੋਂ ਦੇਖੋ, ਇਹ ਸੀਗਾ ਇੱਕ ਪਾਰਟ। ਹੁਣ ਆਪਾਂ ਇੱਥੇ ਲਗਾ ਦਿੰਦੇ ਹਾਂ ਲਾਈਨ। ਹੁਣ ਇਧਰਲੇ ਰਾਈਟ ਸਾਈਡ ਤੇ ਆਪਾਂ ਦੇਖਣਾ ਕਿ ਕੀ ਹੋ ਰਿਹਾ। ਜਦੋਂ ਇੱਥੋਂ ਆਰਬੀਸੀਜ਼ ਚੋਂ ਨਿਕਲੇ, ਰਪਚਰ ਹੋਏ, ਇਹ ਸਾਰੀਆਂ ਚੀਜ਼ਾਂ ਹੋਈਆਂ, ਗੈਮੀਟਸ ਬਣੇ, ਹੈਮੋਜ਼ੋਇਨ ਟੌਕਸਿਨ ਬਣਿਆ, ਜਿਹਦੇ ਕਰਕੇ ਸਿੰਪਟਮਸ ਸ਼ੋ ਹੋਣੇ ਸ਼ੁਰੂ ਹੋਏ। ਆਪਾਂ ਨੂੰ ਬਾਹਰ ਪਤਾ ਲੱਗਿਆ ਆਪਾਂ ਨੂੰ ਕਿ ਹਾਂ ਕੁਝ ਅੰਦਰ ਪ੍ਰੋਬਲਮ ਹੋ ਰਹੀ ਹੈ। ਦੈਨ ਫਿਰ ਆ ਕੇ ਫੀਮੇਲ ਐਨੋਫਿਲਸ ਮਸਕੀਟੋ ਜਿਹੜੀ ਹੈ, ਉਹ ਉਹਦੇ ਵਿੱਚੋਂ ਸੱਕ ਕਰਦੀ ਹੈ ਸਪੋਰੋਜ਼ੋਇਟਸ। ਸਪੋਰੋਜ਼ੋਇਟਸ ਸੱਕ ਕਰ ਲੈਂਦੀ ਹੈ। ਫਿਰ ਇਹ ਸਪੋਰੋਜ਼ੋਇਟਸ ਉਸਦੀ ਗੱਟ ਦੇ ਵਿੱਚ ਚਲੇ ਜਾਂਦੇ ਆ। ਗੱਟ ਦੇ ਵਿੱਚ ਉਹਨਾਂ ਗੈਮੀਟਸ ਦੀ ਡਿਵੈਲਪਮੈਂਟ ਹੁੰਦੀ ਹੈ, ਗਰੋਥ ਤੇ ਡਿਵੈਲਪਮੈਂਟ ਹੁੰਦੀ ਹੈ ਗੈਮੀਟਸ ਦੀ। ਯਾਨੀ ਕਿ ਉਹ ਵੱਧਦੇ ਨੇ, ਪ੍ਰੋਪਰ ਉਹਨਾਂ ਦੀ ਫਿਊਜ਼ਨ ਹੁੰਦੀ ਹੈ, ਫਿਊਜ਼ਨ ਵੀ ਕਹਿ ਸਕਦੇ ਹੋ ਤੁਸੀਂ। ਪਹਿਲਾਂ ਏਸੈਕਸ਼ੁਅਲ ਰਿਪਰੋਡਕਸ਼ਨ ਹੋ ਰਹੀ ਸੀ, ਬਾਅਦ ਚੋਂ ਜਦੋਂ ਮਸਕੀਟੋ ਦੇ ਵਿੱਚ ਚਲੇ ਗਏ, ਫਿਰ ਉੱਥੇ ਸੈਕਸ਼ੂਅਲ ਰਿਪਰੋਡਕਸ਼ਨ ਹੋਣ ਲੱਗ ਗਈ। ਠੀਕ ਹੈ। ਨਾਓ ਇਹ ਸਾਰਾ ਕੁਝ ਹੋ ਕਿੱਥੇ ਰਿਹਾ? ਇਨ ਦ ਗਟ ਆਫ ਮਸਕੀਟੋ। ਠੀਕ ਹੈ। ਨਾਓ ਇਹ ਜਿਹੜੇ ਹੈ ਉਸਦੇ ਸਲਾਈਵਾ ਦੇ ਵਿੱਚ ਚਲੇ ਜਾਣਗੇ, ਐਨੋਫਿਲਸ ਮਸਕੀਟੋ ਦੇ ਸਲਾਈਵਾ ਦੇ ਵਿੱਚ। ਸਪੋਰੋਜ਼ੋਇਟਸ ਜਿਹੜੇ ਹੈ, ਸੈਲਸ ਜਿਹੜੇ ਆ, ਉਹ ਸਲਾਈਵਰੀ ਗਲੈਂਡ ਤੱਕ ਚਲੇ ਜਾਂਦੇ ਆ। ਕਿਸ ਦੇ ਸਲਾਈਵਰੀ ਗਲੈਂਡ ਦੇ ਵਿੱਚ? ਮਸਕੀਟੋ ਦੇ ਸਲਾਈਵਰੀ ਗਲੈਂਡ ਦੇ ਵਿੱਚ। ਫਿਰ ਸਲਾਈਵਰੀ ਗਲੈਂਡ ਦੇ ਵਿੱਚ ਜਾ ਕੇ ਕੀ ਹੁੰਦਾ ਹੈ ਕਿ ਉਹ ਵਾਪਸ ਤੋਂ ਉਹ ਸਰਕਲ ਸ਼ੁਰੂ ਹੋ ਜਾਂਦਾ ਹੈ। ਕਿਹੜਾ ਸਰਕਲ? ਕਿ ਉਹ ਹਿਊਮਨ ਬੀਇੰਗ ਨੂੰ ਇਨਫੈਕਟ ਕਰਦਾ ਹੈ, ਹੈਲਦੀ ਹਿਊਮਨ ਬੀਇੰਗ ਨੂੰ ਜਾ ਕੇ ਫਿਰ ਇਨਫੈਕਟ ਕਰਦਾ ਹੈ। ਦੈਨ ਫਿਰ ਸਾਰਾ ਸਾਈਕਲ ਰਿਪੀਟ ਹੁੰਦਾ ਹੈ। ਸੋ ਦੋ ਹੋਸਟਸ ਹੁੰਦੇ ਨੇ, there are two hosts, one is anopheles mosquito, second is human beings। ਹੋਸਟਸ ਦਾ ਮਤਲਬ ਕੀ ਹੋਇਆ? ਪ੍ਰਾਇਮਰੀ ਤੇ ਸੈਕੰਡਰੀ ਵੀ ਲਗਾ ਸਕਦੇ ਹੋ। ਹੋਸਟ ਦਾ ਕੀ ਮਤਲਬ ਹੋਇਆ? ਕਿ ਉਹਦੇ ਵਿੱਚ ਉਸਦਾ ਲਾਈਫ ਸਾਈਕਲ ਚੱਲਦਾ ਹੈ। ਕਿਸ ਦਾ? ਪ੍ਰੋਟੋਜ਼ੋਨ ਪਲਾਜ਼ਮੋਡੀਅਮ ਦਾ।
ਤੋ ਆਪਾਂ ਦੁਬਾਰਾ ਰਿਪੀਟ ਕਰਕੇ ਦੇਖ ਲੈਂਦੇ ਹਾਂ ਕੀ ਹੋਇਆ ਇਹਦੇ ਵਿੱਚ। ਸਭ ਤੋਂ ਪਹਿਲਾਂ ਮਸਕੀਟੋ ਨੇ ਇਨਫੈਕਟਿਡ ਪਰਸਨ ਨੂੰ ਸਟਿੰਗ ਕਰਕੇ ਉਹਦੇ ਵਿੱਚੋਂ ਸਪੋਰੋਜ਼ਾਈਟਸ ਕੱਢੇ, ਸੱਕ ਕੀਤੇ। ਦੈਨ ਉਹ ਸਪੋਰੋਜ਼ਾਈਟਸ ਹੈਲਦੀ ਹਿਊਮਨ ਬੀਂਗ, ਤੁਸੀਂ ਸਮਝ ਲਓ ਕਿ ਲਕਸ਼ਮੀ ਇਨਫੈਕਟਿਡ ਹੈ, ਮਨਪ੍ਰੀਤ ਹੈਲਦੀ ਹੈ, ਠੀਕ ਹੈ। ਲਕਸ਼ਮੀ ਦੇ ਵਿੱਚੋਂ, ਲਕਸ਼ਮੀ ਨੂੰ ਮੱਛਰ ਨੇ ਕੱਟਿਆ, ਮੱਛਰ ਨੇ ਉਸ ਚੋਂ ਸਪੋਰੋਜ਼ਾਈਟਸ ਕੱਢ ਲਏ ਤੇ ਜਾ ਕੇ ਫਿਰ ਮਨਪ੍ਰੀਤ ਨੂੰ ਕੱਟਿਆ ਤੇ ਉਹਦੇ ਵਿੱਚ ਉਹ ਸਪੋਰੋਜ਼ਾਈਟਸ ਜਿਹੜੇ ਉਹਨੇ ਲਕਸ਼ਮੀ ਤੋਂ ਲਏ ਸੀਗੇ ਮਨਪ੍ਰੀਤ ਦੇ ਅੰਦਰ ਪਾਤੇ। ਹੁਣ ਮਨਪ੍ਰੀਤ ਦੇ ਅੰਦਰ ਕੀ ਹੋਇਆ, ਉਹਦੇ ਲਿਵਰ ਦੇ ਸੈਲਸ ਦੇ ਵਿੱਚ ਜਾ ਕੇ ਇਹ ਸੈਕਸ਼ੂਅਲ ਰਿਪਰੋਡਕਸ਼ਨ ਹੋਈ ਸਪੋਰੋਜ਼ੋਇਟਸ ਦੀ। ਸਪੋਰੋਜ਼ੋਇਟਸ ਨੇ ਰਿਪਰੋਡਿਊਸ ਕੀਤਾ, ਉਹਨਾਂ ਦੀ ਗਿਣਤੀ ਵਧੀ, ਗਿਣਤੀ ਵਧਦੇ ਵਧਦੇ ਉਹਨਾਂ ਵਿੱਚ ਇੰਨੇ ਜ਼ਿਆਦਾ ਭਰ ਗਏ ਕਿ ਸੈੱਲ ਬਰਸਟ ਹੋ ਗਿਆ, ਰਪਚਰ ਹੋ ਗਿਆ। ਦੈਨ ਉਹ ਸਪੋਰੋਜ਼ੋਇਟਸ ਮਨਪ੍ਰੀਤ ਦੇ ਅੰਦਰ ਜਿਹੜਾ ਬਲੱਡ ਫਲੋ ਚੱਲ ਰਿਹਾ ਹੈ ਉਹਦੇ ਵਿੱਚ ਚਲੇ ਗਏ। ਫਿਰ ਬਲੱਡ ਫਲੋ ਦੇ ਵਿੱਚ ਆਰਬੀਸੀਜ਼ ਹੁੰਦੇ ਆ ਜਿਹੜੇ, ਉਹ ਆਰਬੀਸੀਜ਼ ਦੇ ਵਿੱਚ ਸਪੋਰੋਜ਼ੋਇਟ ਚਲੇ ਗਏ। ਫਿਰ ਆਰਬੀਸੀ ਦੇ ਵਿੱਚ ਜਾ ਕੇ ਉਹਨਾਂ ਨੇ ਫਿਰ ਤੋਂ ਏਸੈਕਸ਼ੁਅਲ ਰਿਪਰੋਡਕਸ਼ਨ ਕੀਤੀ। ਫਿਰ ਉੱਥੇ ਉਹ ਬਹੁਤ ਜ਼ਿਆਦਾ ਉਹਨਾਂ ਦੀ ਗਿਣਤੀ ਹੋ ਗਈ ਤਾਂ ਸੈੱਲ ਜਿਹੜਾ ਬਰਸਟ ਹੋ ਗਿਆ, ਰਪਚਰ ਹੋ ਗਿਆ। ਦੈਨ ਸੈੱਲ ਦੇ ਉਹਦੇ ਵਿੱਚੋਂ ਸਪੋਰੋਜ਼ੋਇਟਸ ਨਿਕਲਣ ਦੇ ਨਾਲ ਨਾਲ ਇੱਕ ਹੋਰ ਚੀਜ਼ ਹੋਈ ਕਿ ਉੱਥੇ ਹੈਮੋਜ਼ੋਇਨ ਟੌਕਸਿਨ ਜਿਹੜਾ ਹੈ ਉਹ ਰਿਲੀਜ਼ ਹੋਇਆ। ਉਸ ਟੌਕਸਿਨ ਦੇ ਕਾਰਨ ਮਨਪ੍ਰੀਤ ਨੂੰ ਬੁਖਾਰ ਹੋ ਗਿਆ, ਉਸਨੂੰ ਕੰਬਣੀ ਹੋਣ ਲੱਗ ਗਈ, ਹਨਾ, ਕੰਬਣੀ ਛਿੜ ਗਈ। ਨਾਲੇ ਕੀ ਹੋਇਆ ਕਿ ਉਹਦੀ ਬੋਡੀ ਦੇ ਵਿੱਚ ਛੋਟਾ ਜਿਹਾ ਇੱਕ ਸੈਕਸ਼ੂਅਲ ਰਿਪਰੋਡਕਸ਼ਨ ਦੀ ਸਟੇਜ ਆਈ, ਕਿਸ ਦੀ, ਸਪੋਰੋਜ਼ੋਇਟਸ ਦੀ। ਸਪੋਰੋਜ਼ੋਇਟਸ ਦੇ ਗੈਮੀਟਸ ਬਣੇ, ਗੈਮੀਟੋਸਾਈਟਸ ਬਣੇ। ਕਿਸ ਤਰ੍ਹਾਂ ਬਣੇ, ਗੈਮੀਟੋਜੈਨੇਸਿਸ ਹੋ ਕੇ। ਦੈਨ ਫਿਰ ਮਨਪ੍ਰੀਤ ਨੂੰ ਮੱਛਰ ਨੇ ਵੱਢਿਆ, ਉਹਦੇ ਵਿੱਚੋਂ ਫਿਰ ਸਪੋਰੋਜ਼ੋਇਟਸ, ਯਾਨੀ ਕਿ ਮਨਪ੍ਰੀਤ ਹੁਣ ਇਨਫੈਕਟਿਡ ਬਣ ਗਈ। ਪਹਿਲਾਂ ਉਹ ਹੈਲਦੀ ਸੀ, ਲਕਸ਼ਮੀ ਇਨਫੈਕਟਿਡ ਸੀ, ਲਕਸ਼ਮੀ ਤੋਂ ਲੈ ਕੇ ਮਨਪ੍ਰੀਤ ਚ ਪਾਇਆ ਕਿਉਂਕਿ ਮਨਪ੍ਰੀਤ ਹੈਲਦੀ ਸੀ। ਫਿਰ ਇੱਕ ਹੋਰ ਮੱਛਰ ਆਇਆ ਜਿਸਨੇ ਦੇਖਿਆ ਕਿ ਹੁਣ ਮਨਪ੍ਰੀਤ ਇਨਫੈਕਟਿਡ ਹੋ ਗਈ ਹੈ। ਫਿਰ ਉਸਨੇ ਆਪਣਾ ਨਵਾਂ ਹੈਲਦੀ ਪਰਸਨ ਲੱਭਿਆ ਜਿਹਦੇ ਵਿੱਚ ਉਹਨੇ ਜਾ ਕੇ ਉਹ ਕਰਨਾ ਸੀ। ਉਸ ਤੋਂ ਪਹਿਲਾਂ ਜਦੋਂ ਉਹਨੇ ਮਨਪ੍ਰੀਤ ਦੇ ਵਿੱਚੋਂ ਸਪੋਰੋਜ਼ੋਇਟਸ ਕੱਢੇ ਉਹਨੂੰ ਕੱਟ ਕੇ, ਤਾਂ ਕੀ ਹੋਇਆ ਕਿ ਉਸ ਮਸਕੀਟੋ ਦੇ ਵਿੱਚ ਗੈਮੀਟਸ ਦੀ ਗਰੋਥ ਤੇ ਡਿਵੈਲਪਮੈਂਟ ਹੋਈ, ਯਾਨੀ ਕਿ ਫਿਊਜ਼ਨ ਹੋਈ, ਪ੍ਰੋਪਰ ਸੈਲਸ ਬਣੇ। ਦੈਨ ਉਹ ਮਸਕੀਟੋ ਦੇ ਗਲੇ ਤੱਕ ਕਹਿ ਲਓ, ਇੱਥੇ ਸਲਾਈਵਰੀ ਗਲੈਂਡਸ ਦੇ ਵਿੱਚ ਚਲੇ ਗਏ। ਫਿਰ ਸਲਾਈਵਰੀ ਯਾਨੀ ਕਿ ਸਲਾਈਵਾ ਦੇ ਵਿੱਚ ਆ ਗਏ। ਫਿਰ ਜਦੋਂ ਸਟਿੰਗ ਕਰਦੀ ਆ ਅੱਗੇ ਜਾ ਕੇ ਇੱਕ ਹੋਰ ਇਨਫੈਕਟ ਹੈਲਦੀ ਪਰਸਨ ਨੂੰ, ਤਾਂ ਕੀ ਹੁੰਦਾ ਹੈ, ਜਦੋਂ ਹੈਲਦੀ ਪਰਸਨ ਨੂੰ ਜਾ ਕੇ ਇਨਫੈਕਟ ਕਰਦੀ ਹੈ ਫਿਰ ਤੋਂ ਉਹ ਸਾਰਾ ਸਾਈਕਲ ਰਿਪੀਟ ਹੁੰਦਾ ਹੈ। ਠੀਕ ਹੈ ਜੀ, ਦਿਸ ਇਜ਼ ਦ ਲਾਈਫ ਸਾਈਕਲ ਆਫ ਮਲੇਰੀਆ। ਹੁਣ ਇਹਦੇ ਵਿੱਚੋਂ ਤੁਹਾਨੂੰ ਕੀ ਕੀ ਕੁਐਸਚਨ ਆ ਸਕਦੇ ਆ ਕਿ ਮੈਲਿਗਨੈਂਟ ਟਾਈਪ ਆਫ ਮਲੇਰੀਆ ਜਾਂ ਆਰਗੈਨਿਜ਼ਮ ਕਿਹੜਾ ਹੈ ਜਿਹਦੇ ਕਾਰਨ ਮੈਲਿਗਨੈਂਟ ਮਲੇਰੀਆ ਹੁੰਦਾ ਹੈ। ਸੋ ਦ ਆਂਸਰ ਇਜ਼ ਪੀ ਫਾਲਸੀਪੇਰਮ। ਮੋਸਟ ਕਾਮਨ ਕਿਹੜਾ ਹੈ, ਪੀ ਵਾਈਵੈਕਸ। ਦੈਨ ਉਹਨਾਂ ਦਾ ਇਹ ਕੁਐਸਚਨ ਵੀ ਹੋ ਸਕਦਾ ਕਿ ਫੀਮੇਲ ਮਸਕੀਟੋ ਦੇ ਵਿੱਚ ਹੀ ਕਿਉਂ, ਕਿਉਂਕਿ ਫੀਮੇਲ ਮਸਕੀਟੋ ਹੀ ਹੈ ਜਿਹੜਾ ਕਿ ਹਿਊਮਨ ਬਲੱਡ ਤੇ ਫੀਡ ਕਰਦਾ ਹੈ। ਓਨਲੀ ਫੀਮੇਲ ਮਸਕੀਟੋ ਹੀ ਹਿਊਮਨ ਬਲੱਡ ਤੇ ਫੀਡ ਕਰਦਾ ਹੈ। ਜਿਹੜਾ ਮੇਲ ਮਸਕੀਟੋ ਹੈ ਉਹ ਫੁੱਲਾਂ, ਪੱਤਿਆਂ, ਘਾਹ ਤੇ ਫੀਡ ਕਰਦਾ, ਯਾਨੀ ਕਿ ਉਹਦਾ ਖਾਣਾ ਬਲੱਡ ਨਹੀਂ ਹੈ। ਬਲੱਡ ਜਿਹੜਾ ਹੈ ਸਿਰਫ ਫੀਮੇਲ ਮਸਕੀਟੋ ਦਾ ਖਾਣਾ ਹੈ। ਠੀਕ ਹੈ ਜੀ। ਸੋ ਇੱਕ ਹੋਰ ਕੁਐਸਚਨ ਇਹਦੇ ਵਿੱਚੋਂ ਬਣ ਸਕਦਾ ਹੈ ਕਿ ਇਨਫੈਕਟਿਵ ਸਟੇਜ ਕਿਹੜੀ ਹੈ, that is sporozoites. Sporozoites is the infectious stage of the life cycle of malaria.